ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ ਦੇ ਮੈਰੀਟੋਰੀ ਸਕੂਲ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਜਿੱਥੇ ਲੈਵਲ 3 ਦੀਆਂ ਸਹੂਲਤਾਂ ਲਈ 7 ਨਵੇਂ ਬੈੱਡ ਲੋਕਾਰਪਣ ਕੀਤੇ, ਉੱਥੇ ਹੀ ਸਿੰਜੈਂਟਾ ਕੰਪਨੀ ਵੱਲੋਂ ਕੋਵਿਡ ਕੇਅਰ ਸੈਂਟਰ ਨੂੰ 28 ਬੈੱਡ ਪ੍ਰਦਾਨ ਕੀਤੇ ਗਏ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਇੱਥੇ ਲੈਵਲ 2 ਲਈ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਹੁਣ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਲੈਵਲ 3 ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਰੋਨਾ ਵਰਗੀ ਭਿਆਨਕ ਮਹਾਮਾਰੀ ਚੱਲਦਿਆਂ ਖਾਲਸਾ ਐਡ ਤੇ ਬਠਿੰਡਾ ਸ਼ਹਿਰ ਦੀਆਂ ਸਮੂਹ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮਨਪ੍ਰੀਤ ਸਿੰਘ ਬਾਦਲ ਨੇ ਸਿੰਜੈਂਟਾ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕੋਵਿਡ ਕੇਅਰ ਸੈਂਟਰ ਨੂੰ 26 ਹਸਪਤਾਲ ਬੈੱਡ ਮੁਹੱਈਆ ਕਰਵਾਉਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਬਾਦਲ ਨੇ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿਖੇ ਜਿੱਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਤੇ ਦਵਾਈਆਂ ਮੁਫਤ ਹੋਣਗੀਆਂ, ਉੱਥੇ ਮਰੀਜ਼ਾਂ ਲਈ ਆਉਣ ਵਾਲੇ ਪਰਿਵਾਰਕ ਮੈਂਬਰਾਂ ਲਈ ਮੁਫਤ ਲੰਗਰ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਮੇਅਰ ਰਮਨ ਗੋਇਲ, ਅਰੁਣ ਵਧਾਵਨ, ਪਵਨ ਮਾਨੀ, ਅਨਿਲ ਭੋਲਾ, ਦਰਬਜੀਤ ਠਾਕਰ, ਮਨੀਸ਼ ਪਾਂਧੀ, ਗੁਰਵਿੰਦਰ ਸਿੰਘ, ਸੰਦੀਪ ਬੋਬੀ, ਉਮੇਸ਼ ਗੋਗੀ, ਮੋਂਟੀ ਤੋਂ ਇਲਾਵਾ ਸਿੰਜੈਂਟਾ ਕੰਪਨੀ ਦੇ ਬਿਜ਼ਨਸ ਮੈਨੇਜਰ ਰਮਨਦੀਪ ਸਿੰਘ, ਅਕਵਾਲ ਖਾਨ, ਟ੍ਰੈਪੀ ਮੈਨੇਜਰ ਗਜਿੰਦਰ ਸਿੰਘ, ਰਮੇਸ਼ਵਰ ਸ਼ਰਮਾ, ਟ੍ਰੈਟੀ ਮੈਨੇਜਰ ਮੁਕਤਸਰ ਸਾਹਿਬ, ਭੂਸ਼ਣ ਬੰਸਲ, ਗਗਨ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਰਮੇਸ਼ਵਰ ਸ਼ਰਮਾ ਨੇ ਕਿਹਾ ਕਿ ਸਿੰਜੈਂਟਾ ਕੰਪਨੀ ਨੇ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਜਿੱਥੇ ਫੂਡ ਕਿੱਟਾਂ ਦੀ ਵੰਡ ਕੀਤੀ, ਉੱਥੇ ਹੀ ਇਸ ਵਾਰ ਕੋਵਿਡ ਕੇਅਰ ਸੈਂਟਰਾਂ ਲਈ ਹਸਪਤਾਲ ਬੈੱਡ ਤੇ ਹੋਰ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਿਜ਼ਨਸ ਮੈਨੇਜਰ ਰਮਨਦੀਪ ਸਿੰਘ ਨੇ ਦੱਸਿਆ ਕਿ ਕੰਪਨੀ ਦੀ ਤਰਫੋਂ ਸੂਬੇ ਵਿੱਚ ਹੁਣ ਤੱਕ 100 ਬੈੱਡ ਦਿੱਤੇ ਗਏ ਹਨ। ਬਠਿੰਡਾ ਸ਼ਹਿਰ ਦੇ ਲੋਕਾਂ ਲਈ ਨਿਹਾਇਤ ਖੁਸ਼ੀ ਦਾ ਮੌਕਾ ਹੈ ਔਰ ਖੁਸ਼ੀ ਦੇ ਨਾਲ ਮੈਂ ਇਸ ਇਲਾਕੇ ਦਾ MLA ਹੋਣ ਦੇ ਇਤਬਾਰ ਨਾਲ ਮੇਰੇ ਲਈ ਇਹ ਨਿਹਾਇਤ ਫਖਰ ਦਾ ਬਾਇਸ ਹੈ ਕਿ ਬਠਿੰਡਾ ਕੋਵਿਡ ਕੇਅਰ ਸੁਸਾਇਟੀ, ਜਿਹੜੀ ਕਿ ਬਠਿੰਡਾ ਦੇ ਜਿਹੜੇ तमाम NGOs ਹੈਗੇ, ਸਾਰੇ NGOs ਨੇ ਇਕੱਠੇ ਹੋ ਕੇ ਔਰ ਇਹ ਜਿਹੜੀ ਟੀਮ ਬਣੀ ਹੈ, ਇਹਨਾਂ ਨੇ ਬੜੇ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇੱਕ ਇਹ ਲੈਵਲ 2 ਦਾ ਹਸਪਤਾਲ 100 ਬਿਸਤਰਿਆਂ ਦਾ ਇਹ ਚਲਾ ਰਹੇ ਸੀ ਔਰ ਅਨੇਕਾਂ ਲੋਕ ਇੱਥੋਂ ਠੀਕ ਹੋ ਕੇ ਵੀ ਗਏ। ਔਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਜਿਹੜਾ ਲੈਵਲ 2 ਹੈ, ਇਹਨੂੰ ਲੈਵਲ 3 ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਔਰ ਮੈਂ ਜਿੱਥੇ ਅੱਜ ਖਸੂਸੀ ਤੌਰ ਤੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਹਸਪਤਾਲ 'ਚ ਆਇਆ ਸੀ ਔਰ ਜਿੱਥੇ ਜਿਹੜੇ RMP ਡਾਕਟਰਸ ਹੈ, ਜਿਹੜੇ ਦਿਨ ਰਾਤ ਕੰਮ ਕਰ ਰਹੇ ਹੈ, ਜਿਹੜੇ ਪੈਰਾਮੈਡੀਕਲ ਸਟਾਫ ਹੈ ਦਿਨ ਰਾਤ, ਔਰ ਇਹ ਮੈਂ ਤੁਹਾਨੂੰ ਇਹ ਦੱਸਦਾ ਚੱਲਾਂ ਕਿ ਇਹ ਸਾਰੇ ਵੋਲੰਟਰ ਸਰਵਿਸ ਦੇ ਰਹੇ ਹੈ। ਇੱਕ ਆਰਗੇਨਾਈਜੇਸ਼ਨ ਸਾਡੇ NGO ਇੱਥੇ ਹੈਗੇ, ਮੈਂ ਕੋਈ ਸਾਰਿਆਂ ਦੇ ਨਾਮ ਮੈਂ ਇਸ ਕਰਕੇ ਨਹੀਂ ਲੈ ਰਿਹਾ ਜੀ, ਕਿਸੇ ਦਾ ਨਾਂ ਰਹਿ ਗਿਆ ਤਾਂ ਮੇਰੇ ਮਨ ਨੂੰ ਠੇਸ ਪਹੁੰਚੂਗੀ। ਉਹ ਸਿਰਫ ਲੰਗਰ ਦੀ ਡਿਊਟੀ ਨਿਭਾ ਰਹੇ। ਇੱਕ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਬੈੱਡਸ ਤੇ ਬੈੱਡ ਸ਼ੀਟਸ ਦੀ ਸਾਰਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ। ਅੱਜ ਸਾਡੇ ਦੋਸਤ ਨੇ ਸਿੰਜੈਂਟਾ ਕੰਪਨੀ ਦੇ ਜਿਹੜੇ ਕਿ ਫਸਲਾਂ ਵਾਸਤੇ ਦਵਾਈਆਂ ਬਣਾਉਂਦੇ ਹੈ, ਉਹਨਾਂ ਨੇ 38 ਬੈੱਡ ਜਿਹੜੇ ਹਸਪੀਟਲ ਗ੍ਰੇਡ ਬੈੱਡ, ਪਿਲੋਜ਼, ਮੈਟਰੈਸਿਸ ਇਹ ਵੀ ਸਾਨੂੰ ਦਿੱਤੀਆਂ। ਔਰ ਜੇ ਇਹ ਇੱਕ ਲੈਵਲ 3 ਦਾ ਹਸਪਤਾਲ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਉਸ ਮਿਆਰ ਦੇ ਡਾਕਟਰ
ਔਰ ਟੈਕਨੀਸ਼ੀਅਨਸ ਤੁਹਾਡੇ ਕੋਲੇ ਨਾ ਹੋਣ। ਤੇ ਮੈਂ ਸਮਝਦਾ ਕਿ ਬੇਇਨਸਾਫੀ ਹੋਏਗੀ ਜੇ ਮੈਂ ਅੱਜ ਇੱਥੇ ਡਾਕਟਰ ਅਤਿਨ ਗੁਪਤਾ, ਡਾਕਟਰ ਗਗਨਦੀਪ ਗੋਇਲ, ਡਾਕਟਰ ਰੋਹਿਤ ਬੰਸਲ, ਡਾਕਟਰ ਜੋਹਨਪਾਲ ਸਿੱਧੂ, ਡਾਕਟਰ JB ਸਿੰਘ, ਡਾਕਟਰ ਵਿਪਿਨ ਗੋਇਲ, ਡਾਕਟਰ ਅਮਿਤ ਤਨੇਜਾ, ਡਾਕਟਰ ਰਜਤ ਤੇ ਡਾਕਟਰ ਭੋਲਾ ਸਿੰਘ, ਇਹ ਸਾਰੇ ਡਾਕਟਰਸ ਨੇ ਆਪਦੀ ਪ੍ਰੈਕਟਿਸ ਦੇ ਟਾਈਮ 'ਚੋਂ ਟਾਈਮ ਕੱਢ ਕੇ ਔਰ ਇਹਨਾਂ ਨੇ ਵੋਲੰਟਰੀ ਤੌਰ ਤੇ ਕੋਵਿਡ ਕੇਅਰ ਸੁਸਾਇਟੀ ਦਾ ਜੋ ਹਸਪਤਾਲ ਚੱਲ ਰਿਹਾ ਇਹਦੇ 'ਚ ਇਹਨਾਂ ਨੇ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ, ਦਿਨ ਰਾਤ ਕੀਤੀਆਂ। ਔਰ ਇਹ ਅੰਗਰੇਜ਼ੀ ਦਾ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਗੋਇੰਗ ਬਿਯੋਂਡ ਦ ਕਾਲ ਆਫ ਡਿਊਟੀ। ਡਿਊਟੀ ਤਾਂ ਹਰ ਇਨਸਾਨ ਆਪਣੀ ਨਿਭਾ ਰਿਹਾ, ਪਰ ਤਗਮੇ ਜਿਹੜੇ ਹੈ ਜੰਗ ਦੇ ਵਿੱਚ ਉਹਨਾਂ ਨੂੰ ਬਹਾਦਰੀ ਦੇ ਮਿਲਦੇ ਜਿਹੜੇ ਡਿਊਟੀ ਤੋਂ ਪਰੇ ਹੋ ਕੇ ਜਾਂਦੇ ਹੈ। ਔਰ ਜਿਸ ਦਿਨ ਇਹ ਜਿਹੜੀ ਕੋਵਿਡ ਦੀ ਜੰਗ ਹੈ ਇਹਦੀ ਕਹਾਣੀ ਇਤਿਹਾਸ ਲਿਖਿਆ ਗਿਆ ਤਾਂ ਇਹ ਜਿਹੜੇ 9 ਡਾਕਟਰ ਸਾਹਿਬਾਨ ਦੇ ਮੈਂ ਨਾਂ ਲਏ ਹੈ, ਇਹ ਵੀ ਉਹ ਤਗਮਿਆਂ ਦੇ ਹੱਕਦਾਰ ਹੋਣਗੇ, ਤਗਮਿਆਂ ਦੇ ਮੁਸਤਕ ਹੋਣਗੇ। ਸੋ ਮੈਂ ਅੱਜ ਜਿੱਥੇ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਹ ਵੀ ਕਹਿਣਾ ਚਲਾਂ ਕਿ ਖਾਲਸਾ ਏਡ ਨੇ 50 ਕੌਨਸਨਟ੍ਰੇਟਰ ਸਾਨੂੰ ਡੋਨੇਟ ਕੀਤੇ। ਜੈ ਪੈਰਾਬੋਲਿਕ ਸਪ੍ਰਿੰਗਸ ਜਿਹੜੇ ਆ ਯਮੁਨਾਨਗਰ ਹਰਿਆਣੇ ਦੀ ਕੰਪਨੀ ਹੈ, ਉਹਨਾਂ ਨੇ ਸਾਨੂੰ ਐਂਬੂਲੈਂਸ ਜੇ ਪਹੁੰਚੀ ਤਾਂ ਨਹੀਂ ਪਰ ਉੱਥੋਂ ਉਹਨਾਂ ਨੇ ਸਾਨੂੰ ਸੈਂਕਸ਼ਨ ਕਰ ਦਿੱਤੀ ਹੈ, ਵਗੈਰਾ ਵਗੈਰਾ। ਕੋਈ ਬਠਿੰਡੇ ਸ਼ਹਿਰ ਦਾ ਐਸਾ ਇਨਸਾਨ ਨਹੀਂ ਹੈ ਜਿਹਨੇ ਇਸ ਹਸਪੀਟਲ 'ਚ ਯੋਗਦਾਨ ਨਹੀਂ ਪਾਇਆ। ਹਾਲਾਂਕਿ ਬਠਿੰਡੇ ਦੀ ਇੱਕ ਰਿਵਾਇਤ ਹੈ, ਇਹ ਕੋਈ ਇਹਨਾਂ ਵਾਸਤੇ ਨਵੀਂ ਗੱਲ ਨਹੀਂ ਹੈ। ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ, ਨਸਲ ਦਰ ਨਸਲ ਜਿਹੜੇ ਬਠਿੰਡੇ ਦੇ ਲੋਕ ਹੈ ਇਹਨਾਂ ਨੇ ਪੁੰਨਦਾਨ ਕੀਤਾ ਹੈ, ਇਹਨਾਂ ਨੇ ਰੱਬ ਦੀ ਜਿਹੜੀ ਮਖਲੂਕ ਹੈ ਉਹਦੀ ਸੇਵਾ ਕੀਤੀ ਹੈ। ਔਰ ਇਹ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ 'ਤੇ ਬਠਿੰਡੇ ਦੇ ਲੋਕ ਚੱਲ ਰਹੇ ਹੈ ਔਰ ਅੱਜ ਇਨਸਾਨੀਅਤ ਦੀ ਤੇ ਰੱਬ ਦੇ ਬੰਦਿਆਂ ਦੀ ਖਿਦਮਤ 'ਤੇ ਜਿਹੜਾ ਸ਼ਹਿਰ ਉਤਰਿਆ। ਸੋ ਮੈਂ ਵੈਸੇ ਤਾਂ ਮੇਰਾ ਕੱਦ 6 ਫੁੱਟ 4 ਇੰਚ ਹੈ, ਪਰ ਜੋ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਨੇ ਮੇਰੇ ਕੱਦ ਦੇ ਵਿੱਚ 2 ਇੰਚ ਦਾ ਇਜ਼ਾਫਾ ਕਰ ਦਿੱਤਾ। ਸੋ ਮੈਂ ਇਹ ਵੀ ਕਹਿੰਦਾ ਜਾਵਾਂ ਕਿ ਜਿਹੜੇ ਬਠਿੰਡੇ ਦੇ ਸਾਡੇ ਸਰਕਾਰੀ ਡਾਕਟਰ ਹੈ, ਜਿਹੜੇ ਕਿ ਕਈ ਵਾਰੀ ਉੱਥੇ ਉਸ ਕਿਸਮ ਦੀਆਂ ਸਹੂਲਤਾਂ ਨਹੀਂ ਹੁੰਦੀਆਂ ਪਰ ਫਿਰ ਵੀ ਉਹ ਆਪਣੀਆਂ ਸਰਵਿਸਿਜ਼ ਉੱਥੇ ਦੇ ਰਹੇ ਹੈ, ਉਹਦੇ ਨਾਲ ਜਿਹੜੇ ਸਰਕਾਰੀ ਡਾਕਟਰ ਹੈ ਔਰ ਸਰਕਾਰੀ ਅਮਲਾ ਹੈ ਉਹ ਇਸ ਹਸਪਤਾਲ 'ਚ ਵੀ ਕੰਮ ਕਰ ਰਿਹਾ। ਇਹਦਾ ਮਤਲਬ ਹੋਇਆ ਕਿ ਉਹ 2 ਸ਼ਿਫਟਾਂ ਲਾ ਰਹੇ। ਇੱਕ ਸ਼ਿਫਟ ਜਿਹੜੀ ਹੈ ਸਰਕਾਰ ਤਨਖਾਹ ਦਿੰਦੀ ਹੈ ਔਰ ਦੂਜੀ ਸ਼ਿਫਟ ਜਿਹੜੀ ਹੈ ਉਹ ਬਿਨਾਂ ਤਨਖਾਹ ਤੋਂ ਇਹ ਇਨਸਾਨੀਅਤ ਦੀ ਸੇਵਾ ਕਰ ਰਹੇ। ਸੋ ਮੈਂ ਉਹਨਾਂ ਦਾ ਵੀ ਅੱਜ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਤਮਾਮ ਔਰ ਇਹ ਨਹੀਂ ਮੈਂ ਸਮਝਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਜੇ ਇਨਸਾਨੀਅਤ ਦੀ ਸੇਵਾ ਸਿਰਫ ਉਹੀ ਕਰਦੇ ਆ ਜਿਨ੍ਹਾਂ ਕੋਲੇ ਕੋਈ ਕਾਬਲੀਅਤ ਹੈ। ਮੈਂ ਕਹਿੰਦਾ ਜਿਹੜੇ ਸ਼ਾਮ ਨੂੰ ਵਾਰਡ ਦੇ ਵਿੱਚ ਪੋਚਾ ਲਾਉਂਦੇ ਆ, ਜਿਹੜੇ ਇੱਥੇ ਬੋਕਰ ਮਾਰਦੇ ਆ, ਜਿਹੜੇ ਸਫਾਈ ਕਰਦੇ ਆ, ਉਹ ਜਿੰਨਾ ਕਿਸੇ 'ਚ ਗੁਰ ਤੇ ਹੁਨਰ ਹੈ ਉਹ ਸਾਰੇ ਸੇਵਾ ਕਰ ਰਹੇ। ਸੋ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਦਾ, ਸਾਰਿਆਂ ਨੂੰ ਮੈਂ ਸ਼ਾਬਾਸ਼ੀ ਵੀ ਦਿੰਦਾ ਔਰ ਪਰਮਾਤਮਾ ਅੱਗੇ ਮੈਂ ਇਹ ਪ੍ਰਾਰਥਨਾ ਕਰਦਾ ਕਿ ਪਰਮਾਤਮਾ ਜੋ ਬਠਿੰਡੇ ਦੇ ਲੋਕਾਂ ਨੇ ਔਰ ਬਿਲਕੁਲ ਫ੍ਰੀ, ਬਿਲਕੁਲ ਮਤਲਬ 1 ਵੀ ਰੁਪਈਆ ਜਿਹੜਾ ਕਿਸੇ ਤੋਂ ਇਹਨਾਂ ਨੇ ਚਾਰਜ ਨਹੀਂ ਕਰਨਾ, ਆਪਣੇ ਪੱਲਿਓਂ ਆਪਦੀ ਜੇਬ 'ਚੋਂ ਪੈਸੇ ਖਰਚ ਕਰਕੇ ਇਹਨਾਂ ਨੇ ਜਿਹੜੇ ਮਰੀਜ਼ ਠੀਕ ਕੀਤੇ ਔਰ ਪਰਮਾਤਮਾ ਯਕੀਨਨ ਇਹਨਾਂ ਦੇ ਇਸ ਕੰਮ 'ਤੇ ਰਾਜ਼ੀ ਹੋਏਗਾ। ਸੋ ਮੈਂ ਇੱਕ ਵਾਰੀ ਫੇਰ ਪਰਮਾਤਮਾ ਕੋਲੇ ਕਹਿੰਦਾ ਕਿ ਪਰਮਾਤਮਾ ਜਿਹੜੇ ਲੋਕ ਆਪਣੀ ਜਾਨ ਜਿਹੜੀ ਹੈ ਇੰਨੀ ਅਖਿਆਈ 'ਚ ਪਾ ਕੇ ਸੇਵਾ ਕਰ ਰਹੇ ਹੈ, ਇਹਨਾਂ ਨੂੰ ਪਰਮਾਤਮਾ ਤੁਸੀਂ ਆਪਣੀ ਹਿਫਾਜ਼ਤ 'ਚ ਰੱਖਿਆ ਜੇ। ਬਹੁਤ ਬਹੁਤ ਧੰਨਵਾਦ। ਜੈ ਅੱਜ ਬਠਿੰਡਾ ਸ਼ਹਿਰ ਵਾਸਤੇ ਤੇ ਖਾਸ ਕਰ ਸਾਡੇ ਸਾਰੇ ਹਲਕੇ ਲਈ ਬੜਾ ਹੀ ਖੁਸ਼ੀ ਦਾ ਦਿਨ ਹੈ ਤੇ ਇਹ ਜਿਹੜਾ ਦਿਨ ਹੈ ਇਹ तमाम ਜਿਹੜੇ ਮੇਰੇ ਨਾਲ ਵੀ NGOs ਖੜੇ ਹੈ, ਇਹਨਾਂ ਦੀ ਮਿਹਨਤ ਸਾਡੀ ਟੀਮ ਦੀ ਤੇ ਖਾਸ ਕਰ ਜਿਹੜੇ 8-9 ਡਾਕਟਰਸ ਹੈ ਪ੍ਰਾਈਵੇਟ ਹਸਪੀਟਲਸ ਹੈ ਤੇ ਮੇਨ ਹਸਪੀਟਲਸ ਹੈ ਬਠਿੰਡਾ ਦੇ, ਉਹਨਾਂ ਦੀ ਡਾਕਟਰਸ ਦੀ ਟੀਮ ਨੇ ਸਾਨੂੰ ਹੌਸਲਾ ਦਿੱਤਾ ਕਿ ਉਹ ਇੱਥੇ ਆ ਕੇ ਵੋਲੰਟਰੀ ਫ੍ਰੀ ਕੰਮ ਕਰਨਗੇ ਕਿਉਂਕਿ ਜਿਵੇਂ FM ਸਾਹਿਬ ਕਹਿ ਕੇ ਗਏ ਲੈਵਲ 3 ਦੇ ਵਿੱਚ ਕੁਆਲੀਫਾਈਡ MD ਸਪੈਸ਼ਲਿਸਟ ਡਾਕਟਰਸ ਦੀ ਜ਼ਰੂਰਤ ਸੀ ਤੇ ਜਦੋਂ ਇਹਨਾਂ ਨੇ ਆ ਕੇ ਸਾਨੂੰ ਡਾਕਟਰ ਗਗਨਦੀਪ ਗੋਇਲ, ਡਾਕਟਰ ਅਤਿਨ, ਬਾਕੀ ਸਾਰਿਆਂ ਨੇ ਸਾਨੂੰ ਹੌਸਲਾ ਦਿੱਤਾ। ਫਿਰ ਸਾਡੀ ਟੀਮ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇਹ ਵਿਚਾਰ ਬਣਾਇਆ ਕਿ ਇਹ ਲੈਵਲ 3 ਪੋਸੀਬਲ ਜਿਹੜੀ ਚੀਜ਼ ਹੈ ਜਿਹਨੂੰ ਅਸੀਂ ਸੋਚਦੇ ਸੀ ਵੀ ਸਾਡੇ ਵਾਸਤੇ ਜਿਹੜੀ ਚੀਜ਼ ਨਾਮੁਮਕਿਨ ਹੈ ਉਹ ਸਾਰਿਆਂ ਨੇ ਰਲ ਕੇ ਇਹਨੂੰ ਮੁਮਕਿਨ ਅੱਜ ਕੀਤਾ ਹੈਗਾ। ਸੋ ਪਰਮਾਤਮਾ ਦੀ ਬੜੀ ਮਿਹਰ ਹੈ
ਅੱਜ ਮੇਰੇ ਖਿਆਲ ਆਪਣੇ 43 ਸਾਡੇ ਪੇਸ਼ੈਂਟਸ ਇੱਥੋਂ ਅੱਜ ਤੱਕ ਜਾ ਚੁੱਕੇ ਠੀਕ ਹੋ ਕੇ। ਅਤੇ ਇਹਦੇ 'ਚ ਪਰਮਾਤਮਾ ਦਾ ਬੜਾ ਵੱਡਾ ਹੱਥ ਹੈ ਕਿ ਕਈ ਵਾਰ ਕਿਸੇ ਜਗ੍ਹਾ 'ਚ ਹੀ ਪਰਮਾਤਮਾ ਦਾ ਸਾਡੇ 'ਤੇ ਇੱਥੇ ਬਰਕਤ ਹੈਗੀ ਹੈ ਬੜੀ। ਅਤੇ ਅਸੀਂ ਇਹੀ ਪਰਮਾਤਮਾ ਕੋਲ ਅਰਦਾਸ ਕਰਕੇ ਸੱਚੇ ਪਾਤਸ਼ਾਹ ਜਿਹੜੇ ਲੈਵਲ 3 ਦੇ ਜਿਹੜੇ ਪੇਸ਼ੈਂਟ ਹੈ ਇਹ ਵੀ ਇੱਥੋਂ ਉਵੇਂ ਤੰਦਰੁਸਤ ਹੋ ਕੇ ਜਾਣ। ਪੈ ਗਿਆ ਜਿੱਥੇ ਜਿਹਨੂੰ ਸਕੋਰ ਮੈਂ ਵਰਡ ਯੂਜ਼ ਕਰ ਰਿਹਾ ਕਿ ਜਿੱਥੇ ਨੰਬਰ 1000 ਟੱਪ ਚੁੱਕਿਆ ਸੀਗਾ ਬਠਿੰਡੇ ਦਾ, ਉਹ ਚੰਦ 100 'ਤੇ ਰਹਿ ਗਿਆ, ਉਸ ਹਵਾ 100 ਰਹਿ ਗਿਆ। ਸ਼ਹਿਰ ਦੇ ਵਿੱਚ 50-60 ਹੈਗੇ ਆ, ਹਰ ਰੋਜ਼ ਗਿਣਤੀ ਥੱਲੇ ਜਾ ਰਹੀ ਹੈ, ਬੈੱਡਸ ਦੀ ਅਵੇਲੇਬਿਲਿਟੀ ਹੈ। ਅਤੇ ਮੈਂ ਬਠਿੰਡਾ ਇੱਕ ਵਾਧ ਸ਼ਹਿਰ ਹੈ, ਅਤੇ ਤੁਸੀਂ ਮੇਰੀ ਬੜੀ ਧਿਆਨ ਨਾਲ ਇਹ ਗੱਲ ਨੋਟ ਕਰਿਓ ਕਿ ਜਿਹਨੇ ਬਠਿੰਡਾ ਸ਼ਹਿਰ ਨੇ ਇੱਕ ਵੀ ਪੇਸ਼ੈਂਟ ਬਾਹਰ ਨੂੰ ਜਵਾਬ ਨਹੀਂ ਦਿੱਤਾ। ਇਹ ਐਡਮਿਨਿਸਟ੍ਰੇਸ਼ਨ NGOs ਦੀ ਮਿਹਨਤ ਨਾਲ, ਪ੍ਰਾਈਵੇਟ ਹੌਸਪੀਟਲਸ ਹੈ ਚਾਹੇ, ਠੀਕ ਹੈ ਇੱਕ ਮੁੱਦਾ ਕੁਛ ਹੌਸਪੀਟਲਸ ਵਿੱਚ ਸੀਗਾ ਓਵਰ ਚਾਰਜਿੰਗ ਦਾ, ਪਰ 65% ਜਿਹੜੇ ਪੇਸ਼ੈਂਟ ਸੀਗੇ ਉਹ ਬਾਹਰੋਂ ਆਏ ਸੀ। ਅਤੇ ਇੱਕ ਦਿੱਲੀ ਸੀ ਜਿਨ੍ਹਾਂ ਨੇ ਬਾਰਡਰ ਸੀਲ ਕਰਤੇ ਸੀ ਕਿ ਅਸੀਂ ਬਾਹਰੋਂ ਪੇਸ਼ੈਂਟ ਨਹੀਂ ਲੈਣਾ। ਦਿੱਲੀ ਜਿਹੜੇ ਗੁੜਗਾਉਂ ਵੀ ਰਹਿੰਦੇ ਸੀ ਉਹਨਾਂ ਨੂੰ ਦਿੱਲੀ ਐਡਮਿਸ਼ਨ ਨਹੀਂ ਸੀ ਮਿਲਦੀ। ਅਤੇ ਇਹ ਤਾਂ ਇਸ ਬਠਿੰਡੇ ਦੀ ਧਰਤੀ ਨੂੰ ਹੀ ਪਰਮਾਤਮਾ ਨੂੰ ਬੜੀ ਬਰਕਤ ਹੈ ਇੱਥੇ ਕਿ ਕਿਸੇ ਨੂੰ ਜਵਾਬ ਨਹੀਂ ਦਿੱਤਾ ਬਾਹਰਲੇ ਨੂੰ। ਹਾਲਾਂਕਿ ਕਈ ਸ਼ਹਿਰ ਵਾਲੇ ਵਿਚਾਰੇ ਕੁਛ ਦੇਰ ਲਈ ਔਖੇ ਹੋਏ, ਪਰ ਬਾਹਰਲਿਆਂ ਨੂੰ ਇਹਨਾਂ ਨੇ ਇਹ ਕਿਹਾ ਵੀ ਨਹੀਂ, ਜਿਹੜਾ ਵੀ ਕੋਈ ਤੰਗੀ ਤਕਲੀਫ ਹੈ ਉਹਨੂੰ ਇਕੱਲਾ ਇਲਾਜ ਨਹੀਂ, ਉਹਨਾਂ ਦਾ ਖਾਣਾ ਪੀਣਾ ਰਹਿਣਾ ਸਾਰਾ ਇਹ ਮੈਂ NGO ਨੂੰ ਇਸ ਗੱਲ ਦੀ ਵਧਾਈ ਦਿੰਦਾ। ਸਰ ਪ੍ਰਾਈਵੇਟ ਹਸਪਤਾਲ ਬਿਕੋਜ਼ ਇਹ ਉਸੇ ਵਾਸਤੇ ਜਿਸ ਦਿਨ ਇਹ ਖੋਲ੍ਹਿਆ ਸੀ ਉਸ ਤੋਂ ਅਗਲੇ ਦਿਨ ਇਹ 70% ਰੇਟ ਡਾਊਨ ਹੋ ਗਏ ਸੀ ਹੌਸਪੀਟਲ ਦੇ। ਹੁਣ ਲੈਵਲ 3 ਸ਼ੁਰੂ ਹੋ ਗਿਆ ਅਤੇ ਅਜੇ ਅੱਜ FM ਸਾਹਿਬ ਘੱਟ ਨਹੀਂ ਕਰ ਰਹੇ ਸੀ ਅਤੇ ਪੇਸ਼ੈਂਟ ਆਉਣੇ ਸ਼ੁਰੂ ਹੋ ਗਏ। ਸੋ ਇਹਦੇ ਨਾਲ ਫਰਕ ਪਏਗਾ ਤਾਂ ਹੁੰਦਾ ਹੀ ਹੈ ਜੀ। ਇਹ ਡਿਮਾਂਡ ਐਂਡ ਸਪਲਾਈ ਦੀ ਹਜ਼ਾਰਾਂ ਸਾਲਾਂ ਤੱਕ ਇਹ ਚੱਲਦਾ ਆ ਰਿਹਾ। ਸੋ ਜਦੋਂ ਪ੍ਰਾਈਵੇਟ ਡਾਕਟਰਸ, ਜਦੋਂ ਸਾਰਾ ਸ਼ਹਿਰ ਇਕੱਠਾ ਹੋ ਕੇ ਇਹ ਮਨ ਬਣਾ ਲਿਆ ਕਿ ਇਹਨੂੰ ਇਕੱਲਾ 5 ਬੈਡਡ 3 ਲੈਵਲ ਨਹੀਂ ਅਸੀਂ ਕਰਨਾ, ਇਹਨੂੰ 100 ਬੈਡਡ ਕਰ ਦੇਣਾ। ਸੋ ਇਹਦੇ ਸਾਨੂੰ ਤੁਹਾਡੀ ਸਪੋਰਟ ਅਤੇ ਬਠਿੰਡਾ ਸ਼ਹਿਰ ਦੇ ਸਾਰੇ ਨਾਗਰਿਕਾਂ ਦੀ ਸਾਨੂੰ ਸਪੋਰਟ ਦੀ ਲੋੜ ਹੈ। ਮੇਰਾ ਨਾਮ ਰਮਨਦੀਪ ਸਿੰਘ ਹੈ। ਮੈਂ ਐਜ਼ ਏ ਬਿਜ਼ਨਸ ਮੈਨੇਜਰ ਸੈਂਟਾ ਇੰਡੀਆ ਲਿਮਟਿਡ ਵਿੱਚ ਬਠਿੰਡਾ 'ਚ ਜੌਬ ਕਰ ਰਿਹਾ। ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਇੱਥੇ ਕੋਵਿਡ ਸੈਂਟਰ ਦੇ ਵਿੱਚ, ਮਨਪ੍ਰੀਤ ਬਾਲ ਜੀ ਜੋ ਫਾਈਨੈਂਸ ਮਿਨਿਸਟਰ ਨੇ ਆਪਣੇ, ਉਹਨਾਂ ਨਾਲ ਮਿਲ ਕੇ ਇੱਥੇ ਬੈੱਡ ਡਿਸਟਰੀਬਿਊਟ ਕੀਤੇ ਨੇ। ਟੋਟਲ ਸਾਡੇ ਕੋਲ ਪੰਜਾਬ ਦੇ ਵਿੱਚ 100 ਬੈੱਡ ਇੱਥੇ ਹੋਇਆ ਵਾ, ਜਿਹਦੇ ਵਿੱਚ ਅੱਜ ਅਸੀਂ 28 ਬੈੱਡ ਇੱਥੇ ਅਵੇਲੇਬਲ ਕੀਤੇ ਨੇ। ਜੇ ਇਹਨਾਂ ਦੀ ਰਿਕੁਆਇਰਮੈਂਟ ਕੋਈ ਹੋਰ ਹੋਊਗੀ ਤਾਂ ਅਸੀਂ ਉਹ ਵੀ ਇੱਥੇ 10 ਬੈੱਡ ਹੋਰ ਪਹੁੰਚਦੇ ਕਰ ਦਾਂਗੇ। ਮਤਲਬ ਅੱਜ ਦਾ ਸਾਡਾ ਮਕਸਦ ਹੈ ਕਿ ਅਸੀਂ ਐਗਰੋਕੈਮੀਕਲ ਇੰਡਸਟਰੀ ਨਾਲ ਜੁੜੇ ਹੋਏ ਹਾਂ। ਅਸੀਂ ਹਮੇਸ਼ਾ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਾਂ। ਜਦੋਂ ਵੀ ਸਮਾਜ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਅਸੀਂ ਉਹਦੇ ਵਿੱਚ ਕੋਈ ਨਾ ਕੋਈ ਆਪਦਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਪਿਛਲੇ ਸਾਲ ਸੀ ਅਸੀਂ ਲੋੜ ਪਈ ਸੀ ਕੋਵਿਡ ਦੇ ਟਾਈਮ 'ਚ ਫੂਡ ਕਿੱਟਾਂ ਡਿਸਟਰੀਬਿਊਟ ਕੀਤੀਆਂ ਸੀ। ਇਸ ਸਾਲ ਅਸੀਂ ਪੰਜਾਬ, ਹਰਿਆਣਾ 15 ਸਟੇਟਾਂ ਦੇ ਵਿੱਚ ਬੈੱਡ ਡਿਸਟਰੀਬਿਊਟ ਕਰ ਰਹੇ ਹਾਂ। ਇਹਦੇ ਨਾਲ MP ਦੇ ਵਿੱਚ ਅਸੀਂ CT ਸਕੈਨ ਮਸ਼ੀਨ ਦਿੱਤੀ ਹੈ, ਰਾਜਸਥਾਨ ਦੇ ਵਿੱਚ ਵੀ CT ਸਕੈਨ ਮਸ਼ੀਨ ਦੇ ਰਹੇ ਹਾਂ। ਇਸ ਲਈ ਜਦੋਂ ਵੀ ਲੋੜ ਪੈਂਦੀ ਹੈ ਕੋਈ ਚੀਜ਼ ਦੀ, ਉਦੋਂ ਸਾਡੀ ਇੱਕ CSR ਪ੍ਰੋਜੈਕਟ ਦੇ ਥਰੂ ਸੈਂਟਾ ਇੰਡੀਆ ਲਿਮਟਿਡ ਇਹੋ ਜਿਹੇ ਉਪਰਾਲੇ ਕਰਦੀ ਰਹਿੰਦੀ ਹੈ। ਇੱਥੇ ਮੇਰੇ ਨਾਲ ਮੇਰੇ ਸਟਾਫ ਇਕਬਾਲ ਜੀ ਅਤੇ ਗੁਰਿੰਦਰ ਜੀ ਪਹੁੰਚੇ ਨੇ, ਉਹਨਾਂ ਦਾ ਵੀ ਕਰੂੰਗਾ। ਆਇਓ ਇਕਬਾਲ ਜੀ। ਅੱਜ ਬਠਿੰਡਾ ਦੀ ਹਿਸਟਰੀ ਦੇ ਵਿੱਚ ਇੱਕ ਇਤਿਹਾਸਿਕ ਦਿਨ ਹੈ ਔਰ ਇੱਥੇ ਸਾਰੀਆਂ NGOs ਨੇ ਮਿਲ ਕੇ ਜੋ ਇੱਥੇ ਬਠਿੰਡਾ ਕੋਵਿਡ ਕੇਅਰ ਸੈਂਟਰ ਸ਼ੁਰੂਆਤ ਕੀਤੀ ਸੀਗੀ, ਜਿਸ ਵਿੱਚ ਲੈਵਲ 1 ਅਤੇ ਲੈਵਲ 2 ਦੇ ਜਿਹੜੇ ਪੇਸ਼ੈਂਟਸ ਦਾ ਟਰੀਟਮੈਂਟ ਕੀਤਾ ਜਾਂਦਾ ਸੀ। ਇੱਥੇ ਅੱਜ ਤੱਕ 70 ਪੇਸ਼ੈਂਟਸ ਐਡਮਿਟ ਹੋਏ, ਜਿਨ੍ਹਾਂ ਵਿੱਚੋਂ 45 ਪੇਸ਼ੈਂਟਸ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਸੀ। ਪਰ ਸਾਨੂੰ ਕੀ ਮਾਯੂਸੀ ਫੀਲ ਹੁੰਦੀ ਸੀ, ਜਿੱਥੇ ਇੱਕ ਪਾਸੇ ਤਾਂ ਖੁਸ਼ੀ ਹੁੰਦੀ ਸੀ ਇੰਨੇ ਬੰਦੇ ਠੀਕ ਹੋ ਕੇ ਜਾ ਰਹੇ ਸਾਡੇ ਕੋਲੇ, ਪਰ ਜਿਹੜੇ ਲੈਵਲ 3 ਵਾਲੇ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦੇ ਸੀ, ਸਾਨੂੰ ਉਹਨਾਂ ਨੂੰ ਅਸੀਂ ਵਾਪਸ ਮੋੜਦੇ ਸੀ ਤਾਂ ਸਾਨੂੰ ਬੜੀ ਤਕਲੀਫ ਹੁੰਦੀ ਸੀ ਇਸ ਗੱਲ ਦੀ ਵੀ ਕਿਉਂ ਨਾ ਆਪਾਂ ਇਸ ਨੂੰ ਵੀ ਅਪਗ੍ਰੇਡ ਕਰਕੇ ਲੈਵਲ 3 ਦੀ ਸ਼ੁਰੂਆਤ ਕਰੀਏ। ਤਾਂ ਉਹਦੇ ਵਿੱਚ ਸਾਡੇ ਬਠਿੰਡਾ ਦੇ ਜਿੰਨੇ ਵੀ ਸਾਡੇ ਟੌਪ ਦੇ ਡਾਕਟਰ ਸੀਗੇ, ਜੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਅਸੀਂ ਤੁਹਾਨੂੰ ਹਰ ਤਰੀਕੇ ਨਾਲ ਇਹਦੇ ਵਿੱਚ ਕੋਆਪਰੇਟ ਕਰਾਂਗੇ ਅਤੇ ਤੁਸੀਂ ਲੈਵਲ 3 ਦੀ ਸ਼ੁਰੂਆਤ ਕਰੋ। ਔਰ ਅੱਜ ਉਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦਾ ਅਨਾਊਂਸ ਕਰਦੇ ਹੋਏ ਵੀ ਲੈਵਲ 3 ਦੀ ਅੱਜ ਸ਼ੁਰੂਆਤ ਹੋ ਰਹੀ ਹੈ। ਸਾਨੂੰ ਸਾਡੇ FM ਸਾਹਿਬ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਔਰ ਸਰਦਾਰ ਜੈਜੀਤ ਸਿੰਘ ਜੌਹਲ, ਇਹਨਾਂ ਨੇ ਪੂਰਾ ਸਾਡਾ ਸਹਿਯੋਗ ਦਿੱਤਾ ਸਾਨੂੰ ਔਰ ਸਾਡੇ ਨਾਲ ਹਰ ਵੇਲੇ ਖੜ੍ਹੇ ਨੇ। ਔਰ ਇਸ ਕਰਕੇ ਅਸੀਂ ਜਿਹੜਾ ਹੈ ਸਾਡਾ ਹੌਸਲਾ ਜਿਹੜਾ ਹਮੇਸ਼ਾ ਵੱਧਦਾ ਜਾ ਰਿਹਾ ਔਰ ਅਸੀਂ ਇਸ ਜਿਹੜੀ ਲੈਵਲ 3 ਦੀ ਸ਼ੁਰੂਆਤ ਜੋ ਅੱਜ ਕਰਨ ਜਾ ਰਹੇ ਹਾਂ, ਇਹਦੇ ਨਾਲ ਬਹੁਤ ਬਠਿੰਡੇ ਦੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਚਣਗੀਆਂ। ਹਰ ਟੈਸਟ, ਹਰ ਦਵਾਈ, ਸਭ ਕੁਝ ਇਹਨਾਂ ਨੂੰ ਇੱਥੇ ਫ੍ਰੀ 'ਚ ਮੁਹੱਈਆ ਕਰਾਇਆ ਜਾਊਗਾ ਔਰ ਇਹ ਬਹੁਤ ਇੱਕ ਵਧੀਆ ਸਟੈਪ ਅੱਜ ਹੋਣ ਜਾ ਰਿਹਾ ਹੈਗਾ। ਔਰ ਅੱਜ ਸਾਈਜੈਂਟਾ ਕੰਪਨੀ ਜੋ ਹੈ, ਇਹਨਾਂ ਨੇ ਵੀ ਸਾਨੂੰ FM ਸਾਹਿਬ ਦੇ ਉਪਰਾਲੇ ਨਾਲ 38 ਬੈੱਡ ਜਿਹੜੇ ਹੈਗੇ ਆ ਪੂਰੇ ਜਿਹੜੇ ਪੇਸ਼ੈਂਟਸ ਵਾਸਤੇ ਉਹ ਫ੍ਰੀ ਦਿੱਤੇ ਨੇ
ਔਰ ਅੱਗੇ ਵੀ ਇਹ ਕਹਿ ਰਹੇ ਨੇ ਤੁਹਾਨੂੰ ਅਗਰ ਕੋਈ ਹੋਰ ਚੀਜ਼ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਤੁਹਾਨੂੰ ਦੇਣ ਦਾ ਉਹਨਾਂ ਨੇ ਭਰੋਸਾ ਦਿੱਤਾ।